ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਫਾਈਲਾਂ ਦਾ ਬੈਕਲੌਗ ਹੋਇਆ ਘੱਟ, ਵੀਜ਼ਾ ਲੈਣਾ ਹੋਵੇਗਾ ਸੌਖਾ। ਸਮਾਗਮ ਦੇ ਵਿੱਚ ਪਹੁੰਚੇ ਟਰੂਡੋ 13.1 ਮਿਲੀਅਨ ਡਾਲਰ ਦੀ ਫੰਡਿੰਗ ਦਾ ਕੀਤਾ ਐਲਾਨ। ਕਾਲਜ ਦੇ ਬਾਹਰ ਚਲੀਆਂ ਕੁੜੀਆਂ, 4 ਜਣੇ ਹਸਪਤਾਲ ਭਰਤੀ। ਟਰੂਡੋ ਸਰਕਾਰ ਦਾ ਮੰਤਰੀ ਨੇ ਕੀਤਾ ਬਚਾਅ, ਸਰਕਾਰ ਨੇ ਕੰਪਨੀਆਂ ਤੇ ਟੈਕਸ ਲਗਾਉਣ ਲਈ ਕਹੀ ਨਾ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਫਾਈਲਾਂ ਦੇ ਬੈਕਲੌਗ ਦੇ ਵਿੱਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਕਿ ਫਾਈਲਾਂ ਦਾ ਬੈਕਲੌਗ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋਇਆ ਹੈ, ਜਿਸ ਦਾ ਮਤਲਬ ਹੈ ਕਿ ਜਿਨ੍ਹਾਂ ਵੱਲੋਂ ਅਲੱਗ-ਅਲੱਗ ਵੀਜ਼ਾ ਜਾਂ ਫਿਰ ਹੋਰ ਪ੍ਰੋਗਰਾਮਸ ਤਹਿਤ ਫਾਈਲਾਂ ਲਗਾਈਆਂ ਗਈਆਂ, ਉਹਨਾਂ ਉੱਪਰ ਹੁਣ ਜਲਦ ਫੈਸਲਾ ਆ ਸਕਦਾ ਹੈ। ਫਾਈਲਾਂ ਦੇ ਬੈਕਲੌਗ ਦੇ ਬਾਰੇ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਫਾਈਲਾਂ ਦੇ ਬੈਕਲੌਗ ਦੇ ਵਿੱਚ ਹੁਣ ਗਿਰਾਵਟ ਦਰਜ ਕੀਤੀ ਗਈ। ਇਸ ਬਾਰੇ ਤਾਜ਼ਾ ਅੰਕੜੇ ਸਾਂਝੇ ਕਰਦਿਆਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਮੀਗ੍ਰੇਸ਼ਨ ਬੈਕਲੌਗ 2.4 ਮਿਲੀਅਨ ਤੋਂ ਘੱਟ ਦਰਜ ਕੀਤਾ ਗਿਆ ਹੈ। ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆਈ, ਉਸ ਦੇ ਵਿੱਚ ਪਿਛਲਾ ਰਿਕਾਰਡ ਵੀ ਦੱਸਿਆ ਗਿਆ ਕਿ ਕਿਸ ਵੇਲੇ ਕਿੰਨੀਆਂ ਫਾਈਲਾਂ ਦਾ ਬੈਕਲੌਗ ਸੀ। 3 ਨਵੰਬਰ ਸਾਲ 2022 ਦੌਰਾਨ 24,11,388, 30 ਸਤੰਬਰ 2022 ਦੌਰਾਨ 26 ਲੱਖ, 31 ਦਸੰਬਰ ਸਾਲ 2022 ਦੌਰਾਨ 25,83,000 ਤੋਂ ਵੱਧ, 15 ਜੁਲਾਈ ਸਾਲ 2022 ਦੌਰਾਨ 26 ਲੱਖ ਤੋਂ ਵੱਧ, 16 ਜੂਨ 2022 ਦੌਰਾਨ 23 ਲੱਖ ਤੋਂ ਵੱਧ, 30 ਅਪ੍ਰੈਲ ਤੋਂ 2 ਮਈ ਵਿਚਕਾਰ 21 ਲੱਖ ਤੋਂ ਵੱਧ, 11 ਅਪ੍ਰੈਲ ਦੌਰਾਨ 20 ਲੱਖ ਤੋਂ ਵੱਧ, 15 ਮਾਰਚ 2022 ਦੌਰਾਨ 18 ਲੱਖ ਤੋਂ ਵੱਧ, 1 ਫਰਵਰੀ 18 ਲੱਖ ਤੋਂ ਵੱਧ, 15 ਦਸੰਬਰ 2021 ਦੌਰਾਨ 18 ਲੱਖ ਤੋਂ ਵੱਧ, 27 ਅਕਤੂਬਰ 2021 ਦੌਰਾਨ 17 ਲੱਖ ਤੋਂ ਵੱਧ, 6 ਜੁਲਾਈ 2021 ਦੌਰਾਨ 14 ਲੱਖ ਤੋਂ ਵੱਧ ਦਾ ਬੈਕਲੌਗ ਸੀ। ਇਸ ਸਮੇਂ ਸਿਟੀਜ਼ਨਸ਼ਿਪ ਇਨਵੈਂਟਰੀ ਦੇ ਵਿੱਚ 3,31,401 ਅਰਜ਼ੀਆਂ ਪਈਆਂ ਨੇ, ਜਿਨ੍ਹਾਂ ਉੱਪਰ ਫੈਸਲਾ ਸੁਣਾਇਆ ਜਾਣਾ ਬਾਕੀ ਹੈ। PR ਦੀਆਂ ਫਾਈਲਾਂ ਦੀ ਗਿਣਤੀ 5,06,421 ਸਾਂਝੀ ਕੀਤੀ ਗਈ ਹੈ। TR ਦੀਆਂ ਅਰਜ਼ੀਆਂ 15 ਲੱਖ ਤੋਂ ਵੱਧ ਅਜੇ ਵੀ ਵਿਭਾਗ ਕੋਲ ਅਜਿਹੀਆਂ ਪਈਆਂ ਨੇ, ਜਿਨ੍ਹਾਂ ਉੱਪਰ ਫੈਸਲਾ ਸੁਣਾਉਣਾ ਬਾਕੀ ਹੈ। 3 ਨਵੰਬਰ ਤੱਕ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ 39,000 ਤੋਂ ਵੱਧ PNP ਅਤੇ ਐਕਸਪ੍ਰੈਸ ਐਂਟਰੀ ਦੀਆਂ ਫਾਈਲਾਂ ਅਜੇ ਵੀ ਕਤਾਰ ਦੇ ਵਿੱਚ ਹਨ। ਸਪਾਊਸ ਅਤੇ ਪਾਰਟਨਰਸ ਪ੍ਰੋਗਰਾਮ ਦੇ ਤਹਿਤ 61,000 ਤੋਂ ਵੱਧ ਫਾਈਲਾਂ ਅਜੇ ਪਈਆਂ ਨੇ। ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਤਹਿਤ ਇਹ ਅੰਕੜਾ 55,653 ਦਾ ਦੱਸਿਆ ਗਿਆ ਹੈ। IRCC ਦਾ ਕਹਿਣਾ ਹੈ ਕਿ ਲਗਾਤਾਰ ਉਹਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਕਿ ਫਾਈਲਾਂ ਦਾ ਬੈਕਲੌਗ ਜਲਦ ਖਤਮ ਕੀਤਾ ਜਾ ਸਕੇ। ਇਸ ਵਾਸਤੇ ਬਜਟ ਦੇ ਵਿੱਚ ਵੀ ਵੱਡਾ ਐਲਾਨ ਕੀਤਾ ਗਿਆ ਤੇ ਨਵੇਂ ਸਟਾਫ ਦੀ ਭਰਤੀ ਵੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਨੇ, ਜਿੱਥੇ ਉਹਨਾਂ ਵੱਲੋਂ ਫੰਡਿੰਗ ਦਾ ਐਲਾਨ ਕੀਤਾ ਗਿਆ। 13.1 ਮਿਲੀਅਨ ਡਾਲਰ ਦੀ ਫੰਡਿੰਗ ਪ੍ਰਧਾਨ ਮੰਤਰੀ ਵੱਲੋਂ ਐਲਾਨੀ ਗਈ ਹੈ। ਹੁਣ ਉਹਨਾਂ ਵੱਲੋਂ ਇਹ ਕਦਮ ਕਿਸ ਚੀਜ਼ ਦੇ ਨਾਲ ਜੁੜਿਆ ਹੋਇਆ ਚੁੱਕਿਆ ਗਿਆ ਹੈ, ਕਿਹੜੇ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨੇ ਸ਼ਿਰਕਤ ਕੀਤੀ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਨੇ, ਜਿੱਥੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇੱਥੇ ਪ੍ਰਧਾਨ ਮੰਤਰੀ ਨੇ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਦੇ ਨਾਲ ਆਪਣੇ ਸੰਬੰਧ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਕਈ ਹੋਰ ਵੀ ਗੱਲਾਂ ਉਹਨਾਂ ਵੱਲੋਂ ਐਲਾਨੀਆਂ ਗਈਆਂ ਹਨ, ਜਿਸ ਦੇ ਵਿੱਚ 13.1 ਮਿਲੀਅਨ ਡਾਲਰ ਦੇ ਫੰਡ ਵੀ ਹਨ, ਜੋ ਕਿ ਅਗਲੇ 5 ਸਾਲਾਂ ਵਾਸਤੇ ਹੋਣਗੇ। ਇਹ ਫੰਡ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਏਸ਼ੀਅਨ ਕੈਨੇਡਾ ਪਲਾਨ ਆਫ ਐਕਸ਼ਨ ਟਰਸਟ ਫੰਡ ਦੇ ਜ਼ਰੀਏ ਐਲਾਨ ਕੀਤੇ ਗਏ। We had an election in 2019 and COVID hit in 2020 and 21, so it is extremely good that I was welcomed back here now for this opportunity to engage and to be with you all. Because so much has changed over the past 5 years, but one thing that hasn't is the need to work together to overcome the challenges we face. In fact, now more than ever, we need to double down on cooperation. Since 2017, Canada and ASEAN have grown our relationship. Earlier this week, Canada announced the upcoming launch of our Indo-Pacific strategy. This is a serious strategy that aims to deepen and strengthen our engagement in the region in the long term, putting ASEAN at the center of our strategy. This is a generational shift, and today I'm announcing concrete investments that are part of our commitment to this relationship. As you know,
Negotiations are underway for an ASEAN-Canada free trade agreement. We have so much to offer each other as partners, and we look forward to continuing this work together. This is why we're investing in the ASEAN-Canada Plan of Action Trust Fund. Not only will this help strengthen our partnership, but it will support the participation of ASEAN's most vulnerable in Canada-ASEAN Free Trade Agreement negotiations. To expand Canada's business and investment networks in the region, we'll invest in a new Canadian trade gateway in Southeast Asia. We want Canadian businesses to know more about Indo-Pacific markets, especially sectors and solutions where Canadian innovation can respond to regional demand. ਕਿਬੇਕ ਦੇ ਇੱਕ ਕਾਲਜ ਦੇ ਬਾਹਰ ਗੋਲੀਆਂ ਚੱਲੀਆਂ ਨੇ। ਗੋਲੀ ਲੱਗਣ ਕਾਰਨ 4 ਜਾਣੇ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹਨਾਂ 4 ਜਾਣਿਆਂ ਦਾ ਹੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ, ਜਿਨ੍ਹਾਂ ਦੀ ਪਹਿਚਾਣ ਅਜੇ ਨਹੀਂ ਜਨਤਕ ਕੀਤੀ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਲਜ ਦੇ ਬਾਹਰ ਗੋਲੀਆਂ ਚੱਲੀਆਂ ਨੇ, ਜਿਸ ਤੋਂ ਬਾਅਦ 4 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਉਹਨਾਂ ਵੱਲੋਂ ਇਸ ਬਾਰੇ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਕਿਊਬੈਕ ਦੇ ਜੂਨੀਅਰ ਕਾਲਜ ਦੇ ਬਾਹਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਹੈ, ਜਿਸ ਤੋਂ ਬਾਅਦ 4 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪੈ ਗਿਆ। ਇਹ ਹਾਦਸਾ ਕਾਲਜ ਦੀ ਪਾਰਕ ਦੇ ਵਿੱਚ ਵਾਪਰਿਆ, ਜੋ ਕਿ ਨਾਰਥ ਆਫ ਮੌਂਟਰੀਅਲ ਦੇ ਵਿੱਚ ਸਥਿਤ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 5:22 ਦੇ ਕਰੀਬ ਉਹਨਾਂ ਨੂੰ 911 ਦੇ ਉੱਪਰ ਕਾਲ ਆਈ ਤੇ ਉਹਨਾਂ ਨੇ ਦੇਖਿਆ ਕਿ CEGEP ਦੇ ਅੰਦਰ ਇੱਕ ਪੀੜਤ ਸੀ। ਫਿਰ ਉਹਨਾਂ ਵੱਲੋਂ ਸਕੂਲ ਦੇ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ, ਜੋ ਕਿ ਇੱਥੇ ਕੁਝ ਘੰਟੇ ਲਈ ਜਾਰੀ ਰਿਹਾ, ਪਰ ਪੁਲਿਸ ਨੂੰ ਇੱਥੇ ਕੋਈ ਵੀ ਐਕਟਿਵ ਸ਼ੂਟਰ ਨਹੀਂ ਮਿਲ ਸਕਿਆ। ਪੁਲਿਸ ਵੱਲੋਂ ਅਪਡੇਟ ਜਾਰੀ ਕਰਦਿਆਂ ਕਿਹਾ ਗਿਆ ਕਿ ਮਾਮਲੇ ਨਾਲ ਜੁੜੇ ਹੋਏ 4 ਪੀੜਤਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹਨਾਂ 4 ਜਾਣਿਆਂ ਨੂੰ ਗੋਲੀ ਲੱਗੀ ਤੇ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹੁਣ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਿਊਬੈਕ ਦੇ ਪ੍ਰੀਮੀਅਰ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਨੇ ਟਵਿੱਟਰ ਦੇ ਉੱਪਰ ਟਵੀਟ ਕੀਤੀ ਹੈ। ਉਹਨਾਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ ਤੇ ਨਾਲ ਹੀ ਪੀੜਤਾਂ ਦੇ ਨਾਲ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਪੁਲਿਸ ਆਫੀਸਰਸ ਵੱਲੋਂ ਸਪਸ਼ਟ ਕੀਤਾ ਗਿਆ ਕਿ ਹੁਣ ਤੱਕ ਇਸ ਮਾਮਲੇ ਨਾਲ ਜੁੜੇ ਹੋਏ ਕਿਸੇ ਵੀ ਸਸਪੈਕਟ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਅਜੇ ਵੀ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਉਹਨਾਂ ਵੱਲੋਂ ਪੀੜਤਾਂ ਦੇ ਨਾਮ ਵੀ ਅਜੇ ਤੱਕ ਜਨਤਕ ਨਹੀਂ ਕੀਤੇ ਗਏ। ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਜੋ ਕੰਪਨੀਆਂ ਦੇ ਉੱਪਰ ਵਾਧੂ ਟੈਕਸ ਲਗਾਉਣ ਤੋਂ ਨਾ ਕੀਤੀ ਗਈ ਹੈ, ਉਸ ਬਾਰੇ ਇਨਵਾਇਰਨਮੈਂਟ ਮਿਨਿਸਟਰ ਬੋਲੇ ਨੇ। ਫੈਡਰਲ ਸਰਕਾਰ ਦੇ ਇਸ ਐਲਾਨ ਦਾ ਬਚਾਅ ਕਰਦੇ ਹੋਏ ਇਨਵਾਇਰਨਮੈਂਟ ਮਿਨਿਸਟਰ ਦਿਖਾਈ ਦਿੱਤੇ। ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਸਰਕਾਰ ਦੇ ਫੈਸਲੇ ਦੇ ਹੱਕ ਦੇ ਵਿੱਚ ਇਨਵਾਇਰਨਮੈਂਟ ਮੰਤਰੀ ਆਏ ਨੇ। ਦਰਅਸਲ ਫੈਡਰਲ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਆਇਲ ਅਤੇ ਗੈਸ ਕੰਪਨੀਆਂ ਦੇ ਉੱਪਰ ਵਾਧੂ ਟੈਕਸ ਨਹੀਂ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਹੁਣ ਇਸ ਦਾ ਬਚਾਅ ਕਰਦੇ ਹੋਏ ਇਨਵਾਇਰਨਮੈਂਟ ਮੰਤਰੀ ਦਿਖਾਈ ਦਿੱਤੇ ਨੇ। ਉਹਨਾਂ ਵੱਲੋਂ ਇਸ ਮੁੱਦੇ ਦੇ ਨਾਲ ਸੰਬੰਧਿਤ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਸਭ ਬਾਰੇ ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। First, we're already putting a price on pollution, which oil companies are paying. And as we go to 2030, it's going to become, it is already one of the most ambitious, and it is going to be one of the 2 or 3 most ambitious carbon pricing system in the world in the next 8 years. We're putting in place a number of regulatory measures to force oil companies to reduce their pollution, meaning they have to invest in their operations to reduce pollution. And in the fall economic statement, my colleague and friend, Minister Freeland, announced that we would put in place a tax on share buybacks. So where companies gave a lot of money to their shareholders, we're going to put a tax on that. So ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਰਾਹਗੀਰ ਨੂੰ ਵਾਹਨ ਦੀ ਟੱਕਰ ਲੱਗੀ ਹੈ। ਰਾਹਗੀਰ ਦੀ ਉਮਰ 20 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਔਰਤ ਨੂੰ ਵਾਹਨ ਦੀ ਟੱਕਰ ਲੱਗੀ ਹੈ, ਜਿਸ ਤੋਂ ਬਾਅਦ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ। ਪੀਲ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਬ੍ਰੈਂਪਟਨ ਦੇ ਵਿੱਚ ਜੋ ਘਟਨਾ ਵਾਪਰੀ, ਉੱਥੇ ਇੱਕ ਰਾਹਗੀਰ ਨੂੰ ਵਾਹਨ ਦੀ ਟੱਕਰ ਲੱਗੀ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ 5 ਵਜੇ ਦੇ ਕਰੀਬ 에ਅਰਪੋਰਟ ਰੋਡ ਅਤੇ ਇੰਟਰ ਮਾਡਲ ਡਰਾਈਵ ਦੇ ਨੇੜਿਓਂ ਸਾਹਮਣੇ ਆਇਆ। ਜਿਸ ਨੂੰ ਟੱਕਰ ਲੱਗੀ ਹੈ, ਉਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ ਇੱਥੇ ਇਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਇਹ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹਨਾਂ ਵੱਲੋਂ ਇਸ ਬਾਰੇ ਹੁਣ ਤੱਕ ਕਿਹੜੀਆਂ ਗੱਲਾਂ ਦੀ ਜਾਂਚ ਕਰ ਲਈ ਗਈ ਹੈ।
ਉਹਨਾਂ ਵੱਲੋਂ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਜਿਸ ਵਾਹਨ ਦੀ ਟੱਕਰ ਲੱਗੀ ਹੈ ਉਹ ਮੌਕੇ ਵਾਲੀ ਥਾਂ ਤੇ ਨਹੀਂ ਰੁਕਿਆ, ਪਰ ਉਸ ਦੀ ਡਿਸਕ੍ਰਿਪਸ਼ਨ ਅਜੇ ਜਾਰੀ ਨਹੀਂ ਕੀਤੀ ਗਈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਉਹਨਾਂ ਵੱਲੋਂ ਪੀੜਤ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਕੀ ਦੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ। ਕੈਨੇਡਾ ਵਿੱਚ ਇੱਕ ਵਾਰ ਫਿਰ ਤੋਂ ਸਖਤੀ ਹੋ ਸਕਦੀ ਹੈ, ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਦਰਅਸਲ ਕੈਨੇਡਾ ਦੇ ਵਿੱਚ ਇਸ ਸਮੇਂ ਜੋ ਕਰੋਨਾ ਵਾਇਰਸ ਦੀ ਸਥਿਤੀ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਟੇਮ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਜ਼ਰੂਰਤ ਪਈ ਤਾਂ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਮਾਸਕ ਪਾਉਣ ਦੇ ਲਈ ਕਿਹਾ ਜਾ ਸਕਦਾ ਹੈ। ਕੈਨੇਡਾ ਵਿੱਚ ਹੁਣ ਮਾਸਕ ਨੂੰ ਲੈ ਕੇ ਫਿਰ ਤੋਂ ਸਲਾਹ ਦਿੱਤੀ ਜਾ ਰਹੀ ਹੈ। ਡਾਕਟਰ ਟੇਮ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਵਾਸੀਆਂ ਨੂੰ ਮਾਸਕ ਪਾਉਣੇ ਚਾਹੀਦੇ ਨੇ। ਦਰਅਸਲ ਇੱਕ ਵਾਰ ਫਿਰ ਤੋਂ ਵੱਧ ਰਹੇ ਕਰੋਨਾ ਦੇ ਮਾਮਲੇ ਅਤੇ ਫਲੂ ਦੀ ਗਿਣਤੀ ਦੇ ਵਿੱਚ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਟੇਮ ਵੱਲੋਂ ਇਸ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ ਉਹਨਾਂ ਵੱਲੋਂ ਇਹ ਸਾਰੀ ਗੱਲ ਸੂਬਾ ਸਰਕਾਰਾਂ ਦੇ ਉੱਪਰ ਛੱਡੀ ਗਈ ਹੈ, ਪਰ ਇੱਕ ਵਾਰ ਫਿਰ ਤੋਂ ਇਸ ਗੱਲ ਨੂੰ ਲੈ ਕੇ ਚਰਚਾ ਹੋਣ ਲੱਗੀ ਹੈ ਕਿ ਕੈਨੇਡਾ ਵਿੱਚ ਕਿਤੇ ਮੁੜ ਤੋਂ ਸਖਤੀ ਨਾ ਕਰ ਦਿੱਤੀ ਜਾਵੇ। ਹੁਣ ਇਸ ਸਭ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। I know we're all tired and we know only too well the long list of good habits that can help keep us and others healthier. So let's focus in on the top 3 recommendations. First, boost your immunity. If it has been 6 months since your last COVID-19 vaccine dose or booster, get vaccinated with a bivalent Omicron targeting booster. It is also a good time to get your flu shot. Secondly, protect your respiratory tract from invading viruses. Keep up with the hand washing, wearing good quality, well-fitted face masks when indoors, especially if you can't avoid being in crowded or poorly ventilated spaces. And lastly, reduce spread to others. If you have symptoms, please stay at home. This helps protect us all, including those at high risk of severe respiratory illness, such as those who are immunocompromised, as well as young infants, young children, pregnant people, and older adults. Protecting those who are at highest risk and can't be vaccinated or don't mount a strong protection is also key to protecting health system capacity for us all. To meet the challenges of this fall and winter, let's recommit to not lose the gains we've made as we resume in-person activities. Although no individual layer of protection is perfect, when used consistently and together, vaccine plus layers can provide excellent protection against COVID-19 as well as other infectious diseases we may encounter. ਓਨਟਾਰੀਓ ਦੇ ਵਿੱਚ ਮਾਸਕ ਪਾਉਣ ਦੇ ਲਈ ਕਿਹਾ ਜਾਵੇਗਾ, ਜਿਸ ਸੰਬੰਧੀ ਟਾਪ ਡਾਕਟਰ ਨੇ ਆਮ ਲੋਕਾਂ ਦੀ ਸਲਾਹ ਮੰਗੀ ਹੈ। ਸੋਰਸਿਸ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਓਨਟਾਰੀਓ ਦੇ ਵਿੱਚ ਟਾਪ ਡਾਕਟਰ ਨੇ ਆਮ ਲੋਕਾਂ ਤੋਂ ਇਹ ਸਲਾਹ ਮੰਗੀ ਹੈ ਜੋ ਕਿ ਮਾਸਕ ਨਾਲ ਜੁੜੀ ਹੋਈ ਹੈ, ਪਰ ਦੂਜੇ ਪਾਸੇ ਇਹ ਵੀ ਪਤਾ ਚੱਲਿਆ ਕਿ ਸੂਬੇ ਵਿੱਚ ਲਾਜ਼ਮੀ ਮਾਸਕ ਦੀ ਨੀਤੀ ਨਹੀਂ ਲਿਆਂਦੀ ਜਾਵੇਗੀ। ਓਨਟਾਰੀਓ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਫਿਰ ਤੋਂ ਮਾਸਕ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਜਾ ਸਕਦੀਆਂ ਨੇ। ਓਨਟਾਰੀਓ ਦੇ ਟਾਪ ਡਾਕਟਰ ਵੱਲੋਂ ਹੁਣ ਇਸ ਮਾਮਲੇ ਸੰਬੰਧੀ ਆਮ ਲੋਕਾਂ ਤੋਂ ਸਲਾਹ ਮੰਗੀ ਗਈ ਹੈ। ਉਹਨਾਂ ਵੱਲੋਂ ਮਾਸਕ ਪਾਉਣ ਵਾਸਤੇ ਮੁੜ ਤੋਂ ਕਿਹਾ ਜਾਵੇਗਾ, ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਇੱਥੇ ਦੁਬਾਰਾ ਤੋਂ ਮਾਸਕ ਲਾਜ਼ਮੀ ਨਹੀਂ ਕੀਤਾ ਜਾਵੇਗਾ। ਦਰਅਸਲ ਓਨਟਾਰੀਓ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਹੋਣ ਲੱਗੇ ਨੇ। ਸਿਰਫ ਓਨਟਾਰੀਓ ਨਹੀਂ, ਕੈਨੇਡਾ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਜਿਸ ਬਾਰੇ ਡਾਕਟਰ ਟੇਮ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਸਨ ਤੇ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਆਮ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਹੈ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਓਨਟਾਰੀਓ ਦੇ ਟਾਪ ਡਾਕਟਰ ਵੱਲੋਂ ਇਹ ਕਿਹਾ ਜਾ ਸਕਦਾ ਹੈ ਕਿ ਆਮ ਲੋਕ ਮਾਸਕ ਜ਼ਰੂਰ ਪਾਉਣ। ਇਹ ਉਹਨਾਂ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਸਲਾ ਲਿਆ ਜਾ ਸਕਦਾ ਹੈ, ਪਰ ਦੂਜੇ ਪਾਸੇ ਸੋਰਸਿਸ ਇਹ ਵੀ ਦੱਸ ਰਹੇ ਨੇ ਕਿ ਸੂਬੇ ਵਿੱਚ ਲਾਜ਼ਮੀ ਮਾਸਕ ਦੀ ਨੀਤੀ ਨਹੀਂ ਲਿਆਂਦੀ ਜਾਵੇਗੀ। ਲੋਕਾਂ ਨੂੰ ਇਸ ਸੰਬੰਧੀ ਸਲਾਹ ਜ਼ਰੂਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਬੱਚਿਆਂ ਦੇ ਹਸਪਤਾਲ ਵਿੱਚ ਇਸ ਸਮੇਂ ਕਾਫੀ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਵਧਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਬਾਰੇ ਚੀਫ ਐਗਜ਼ੀਕਿਊਟਿਵ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਤੁਸੀਂ ਵੈਕਸੀਨ ਜ਼ਰੂਰ ਲਗਵਾਓ, ਫਲੂ ਸ਼ਾਟ ਜ਼ਰੂਰ ਹਾਸਲ ਕਰੋ ਤੇ ਮਾਸਕ ਪਾਉਣਾ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਪਬਲਿਕ ਹੈਲਥ ਗਾਈਡਲਾਈਨਸ ਦੀ ਪਾਲਣਾ ਕਰਨ ਦੀ ਵੀ ਗੱਲ ਉਹਨਾਂ ਵੱਲੋਂ ਆਖੀ ਗਈ ਹੈ। ਦੱਸਣਯੋਗ ਹੈ ਕਿ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਸ ਸਮੇਂ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਇਸ ਤੋਂ ਇਲਾਵਾ ਹਸਪਤਾਲ ਦੇ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਜਿਸ ਤੋਂ ਬਾਅਦ ਲਗਾਤਾਰ ਆਮ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਉਹ ਕੋਵਿਡ-19 ਵੈਕਸੀਨ ਜ਼ਰੂਰ ਹਾਸਲ ਕਰਨ।
ਤੇ ਜਿਨ੍ਹਾਂ ਨੇ ਕਰੋਨਾ ਦਾ ਟੀਕਾ ਲਗਵਾਇਆ ਹੋਇਆ ਹੈ ਉਹਨਾਂ ਨੂੰ ਬੂਸਟਰ ਡੋਜ਼ ਸੰਬੰਧੀ ਰეკਮੈਂਡੇਸ਼ਨ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਬਾਰੇ ਹਾਲ ਹੀ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਨੇ ਕਿਹਾ ਕਿ ਟੀਕਾ ਜ਼ਰੂਰ ਲਗਵਾਓ, ਇਹ ਸੁਰੱਖਿਅਤ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇੱਕ ਖਾਸ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਉਹ ਕਈ ਦੇਸ਼ਾਂ ਦੇ ਨਾਲ ਹੱਥ ਮਿਲਾਉਣਗੇ। ਖਾਸ ਤੌਰ ਦੇ ਉੱਪਰ ਚੀਨ ਦਾ ਜ਼ਿਕਰ ਵੀ ਰਾਸ਼ਟਰਪਤੀ ਵੱਲੋਂ ਕੀਤਾ ਗਿਆ। ਹੁਣ ਇਸ ਸਭ ਬਾਰੇ ਕੀ ਕਹਿਣਾ ਹੈ ਉਹਨਾਂ ਦਾ, ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਖਾਸ ਵੱਡਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਕਈ ਦੇਸ਼ਾਂ ਦੇ ਨਾਲ ਹੱਥ ਮਿਲਾਉਣਗੇ। ਜੋ ਬਾਈਡਨ ਵੱਲੋਂ ਇਸ ਗੱਲ ਨੂੰ ਲੈ ਕੇ ਵਾਅਦਾ ਕੀਤਾ ਗਿਆ ਕਿ ਉਹਨਾਂ ਵੱਲੋਂ ਸਾਊਥ ਈਸਟ ਏਸ਼ੀਅਨ ਨੇਸ਼ਨਸ ਦੇ ਨਾਲ ਕੋਲੈਬੋਰੇਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਈਡਨ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਇਹ ਕਦਮ ਕਿਉਂ ਚੁੱਕਿਆ ਜਾ ਰਿਹਾ ਹੈ। ਬਾਈਡਨ ਦਾ ਕਹਿਣਾ ਹੈ ਕਿ ਭਵਿੱਖ ਦੀ ਬਿਹਤਰੀ ਵਾਸਤੇ ਉਹ ਇੱਕ ਕਦਮ ਚੁੱਕਣਗੇ ਤੇ ਨਾਲ ਹੀ ਉਹਨਾਂ ਵੱਲੋਂ ਚਾਈਨਾ ਨੂੰ ਲੈ ਕੇ ਵੀ ਇੱਕ ਵੱਡੀ ਗੱਲ ਕਹੀ ਗਈ ਹੈ। ਕੀ ਕਹਿਣਾ ਹੈ ਰਾਸ਼ਟਰਪਤੀ ਜੋ ਬਾਈਡਨ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। To work in lockstep with an empowered, unified ASEAN. Today, we take another critical step, beginning a new era in our cooperation with the launch of the U.S.-ASEAN Comprehensive Strategic Partnership. Together, we will tackle the biggest issues of our time, from climate to health security, defend against the significant threats of rule-based order and to threats to the rule of law, and to build an Indo-Pacific that's free and open, stable and prosperous, resilient and secure. And we're putting real resources behind our approach, not just rhetoric. Over the last year, my administration has announced more than $250 million in new initiatives with ASEAN. And for 2023, I've requested $850 million in assistance for Southeast Asia. We're continuing to build on that progress, following through on our commitments and launching concrete new initiatives that further strengthen ASEAN and increase connectivity across Southeast Asia. We will build the better future we all say we want to see and we're going to see. ਅਮਰੀਕਾ ਦੇ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਦਸਾ ਵਾਪਰਿਆ। ਹਾਦਸੇ ਵਿੱਚ 3 ਟੀਨੇਜਰਸ ਦੀ ਮੌਤ ਹੋ ਗਈ ਤੇ ਚੌਥਾ ਜ਼ਖਮੀ ਦੱਸਿਆ ਜਾ ਰਿਹਾ ਹੈ। ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਉਸ ਨੂੰ ਭਰਤੀ ਕਰਵਾਇਆ ਗਿਆ। ਪੀੜਤਾਂ ਦੀ ਪਹਿਚਾਣ ਪੁਲਿਸ ਨੇ ਜਨਤਕ ਕੀਤੀ ਹੈ। ਦੱਸਿਆ ਗਿਆ ਕਿ ਜੋ ਵਾਹਨ ਸੀ ਉਹ ਕਾਫੀ ਸਪੀਡ ਦੇ ਨਾਲ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਸ ਦਾ ਕੰਟਰੋਲ ਖੋ ਗਿਆ ਤੇ ਦਰਖਤ ਦੇ ਨਾਲ ਜਾ ਟਕਰਾਇਆ। ਬਾਅਦ ਦੇ ਵਿੱਚ ਉਹ ਅੱਗ ਦੇ ਹਵਾਲੇ ਹੋ ਗਿਆ। ਅਲਬਾਮਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਹਾਦਸੇ ਦੇ ਵਿੱਚ 3 ਟੀਨੇਜਰਸ ਦੀ ਮੌਤ ਹੋ ਗਈ ਤੇ ਇੱਕ ਦੀ ਹਾਲਤ ਗੰਭੀਰ ਦੱਸੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹਾਦਸੇ ਵਿੱਚ 3 ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਦੱਸਿਆ ਗਿਆ ਹੈ ਕਿ ਹਾਦਸਾ 1 ਵਜੇ ਦੇ ਕਰੀਬ ਵਾਪਰਿਆ, ਜਿੱਥੇ ਵਾਹਨ ਆਪਣਾ ਕੰਟਰੋਲ ਖੋ ਬੈਠਾ ਤੇ ਉਹ ਦਰਖਤ ਦੇ ਨਾਲ ਜਾ ਕੇ ਟਕਰਾ ਗਿਆ। ਟੱਕਰ ਹੋਣ ਤੋਂ ਬਾਅਦ ਵਾਹਨ ਨੂੰ ਅੱਗ ਲੱਗ ਗਈ। ਹੁਣ ਹਾਦਸੇ ਦੇ ਪਿੱਛੇ ਤੇਜ਼ ਸਪੀਡ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਮੌਕੇ ਵਾਲੀ ਥਾਂ ਦੇ ਉੱਪਰ 3 ਟੀਨੇਜਰਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਪਰ ਚੌਥੇ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਪੀੜਤਾਂ ਦੇ ਨਾਮ ਵੀ ਜਨਤਕ ਕੀਤੇ ਗਏ। ਇੱਕ ਦਾ ਨਾਮ ਬਲੇਕ, ਉਮਰ 15 ਸਾਲ, ਦੂਸਰੇ ਦਾ ਜੈਨਿੰਗਸ, ਉਮਰ 16 ਸਾਲ, ਤੀਸਰੇ ਦਾ ਇਵਾਨ ਦੱਸਿਆ ਗਿਆ ਹੈ। ਇਹ ਤਿੰਨੋਂ ਟੀਨੇਜਰਸ ਦੀ ਹਾਦਸੇ ਵਿੱਚ ਮੌਤ ਹੋ ਗਈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਉਹਨਾਂ ਵੱਲੋਂ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਅਮਰੀਕਾ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਮਿਲੀ ਹੈ। ਪਹਿਲਾਂ ਮਹਿੰਗਾਈ ਜੋ ਰਿਕਾਰਡ ਪੱਧਰ ਦੇ ਉੱਪਰ ਪਹੁੰਚੀ, ਉਸ ਤੋਂ ਬਾਅਦ ਹੁਣ ਇਸ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਅਜੇ ਵੀ ਕਈ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ। ਅਮਰੀਕਾ ਦੇ ਵਿੱਚ ਵੱਧ ਰਹੀ ਮਹਿੰਗਾਈ ਨੂੰ ਹੁਣ ਠੱਲ ਪਈ ਹੈ। ਤਾਜ਼ਾ ਅੰਕੜੇ ਦੱਸਦੇ ਨੇ ਕਿ ਪਹਿਲਾਂ ਦੇ ਮੁਕਾਬਲੇ ਜੋ ਮਹਿੰਗਾਈ ਦਾ ਅੰਕੜਾ ਹੈ ਉਹ ਹੇਠਾਂ ਆਇਆ। ਇਸ ਬਾਰੇ ਤਾਜ਼ਾ ਰਿਪੋਰਟ ਪੇਸ਼ ਕਰਦਿਆਂ ਦੱਸਿਆ ਗਿਆ ਕਿ ਅਮਰੀਕਾ ਅੰਦਰ ਇਨਫਲੇਸ਼ਨ 7.7% ਦਰਜ ਕੀਤੀ ਗਈ, ਜੋ ਕਿ ਪਿਛਲੇ ਮਹੀਨੇ ਕਾਫੀ ਜ਼ਿਆਦਾ ਸੀ। ਅੰਕੜਿਆਂ ਮੁਤਾਬਕ ਸਤੰਬਰ ਮਹੀਨੇ ਦੌਰਾਨ ਅਮਰੀਕਾ ਦੇ ਵਿੱਚ ਮਹਿੰਗਾਈ ਦਰ 8.2% ਦਰਜ ਕੀਤੀ ਗਈ ਤੇ ਤਾਜ਼ਾ ਅੰਕੜਿਆਂ ਮੁਤਾਬਕ ਇਹ 7.7% ਦੱਸੀ ਗਈ ਹੈ। ਹਾਲਾਂਕਿ ਅਮਰੀਕਾ ਦੇ ਇਤਿਹਾਸ ਵਿੱਚ ਇਹ ਅੰਕੜਾ ਕਾਫੀ ਵੱਡਾ ਹੈ, ਪਰ ਪਿਛਲੇ ਮਹੀਨੇ ਦੀ ਤੁਲਨਾ ਦੇ ਵਿੱਚ ਇਸ ਅੰਦਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਅਜੇ ਵੀ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ।
ਜੇਕਰ ਗੱਲ ਕੀਤੀ ਜਾਵੇ ਖਾਣ ਪੀਣ ਦੀ ਤਾਂ ਇਸ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 10.9% ਦਾ ਵਾਧਾ ਦਰਜ ਕੀਤਾ ਗਿਆ। ਗੈਸ ਦੀਆਂ ਕੀਮਤਾਂ 17.5% ਨਾਲ ਵਧੀਆਂ ਨੇ ਤੇ ਬਿਜਲੀ ਦੀਆਂ ਕੀਮਤਾਂ ਵਿੱਚ 14.1% ਦਾ ਵਾਧਾ ਦਰਜ ਕੀਤਾ ਗਿਆ। ਦੱਸ ਦਈਏ ਕਿ ਇਹ ਅੰਕੜੇ ਬਿਊਰੋ ਆਫ ਲੇਬਰ ਸਟੈਟਿਸਟਿਕਸ ਵੱਲੋਂ ਸਾਂਝੇ ਕੀਤੇ ਗਏ ਨੇ, ਜਿੱਥੇ ਉਹਨਾਂ ਵੱਲੋਂ ਸਾਰੀ ਡਿਟੇਲ ਦੱਸੀ ਗਈ ਹੈ। ਜ਼ਿਕਰਯੋਗ ਹੈ ਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਮਹਿੰਗਾਈ ਵਧਦੀ ਹੋਈ ਦਿਖਾਈ ਦੇ ਰਹੀ ਹੈ ਤੇ ਇਸੇ ਤਰ੍ਹਾਂ ਦੀ ਸਥਿਤੀ ਅਮਰੀਕਾ ਵਿੱਚ ਵੀ ਬਣੀ ਹੋਈ ਹੈ। ਅਮਰੀਕਾ ਦੇ ਲੋਕ ਲਗਾਤਾਰ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਮਹਿੰਗਾਈ ਕਾਰਨ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਮਹਿੰਗਾਈ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਥੋੜੀ ਠੱਲ ਪਈ ਹੈ। ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਅਪਡੇਟ ਸਾਹਮਣੇ, ਜਿੱਥੇ ਦੱਸਿਆ ਗਿਆ ਕਿ ਕਿਹੜੇ ਸੂਬੇ ਤੋਂ ਕਿੰਨੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਅਲੱਗ-ਅਲੱਗ ਥਾਵਾਂ ਤੇ ਇਸ ਸਮੇਂ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਸਾਰੀ ਡਿਟੇਲ ਤੁਹਾਨੂੰ ਇਸ ਖਬਰ ਵਿੱਚ ਦੇਵਾਂਗੇ। ਅਮਰੀਕਾ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਕਾਫੀ ਹੱਦ ਤੱਕ ਘੱਟ ਦਰਜ ਕੀਤੇ ਜਾ ਰਹੇ ਨੇ। ਹੁਣ ਵੱਖ-ਵੱਖ ਸਟੇਟਸ ਬਾਰੇ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਤੱਕ ਕਿੰਨੇ ਇਹਨਾਂ ਸੂਬਿਆਂ ਵਿੱਚ ਕੁੱਲ ਮੌਂਕੀਪੌਕਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਡਿਸਟ੍ਰਿਕਟ ਆਫ ਕੋਲੰਬੀਆ 497, ਨਿਊਯਾਰਕ 3948, ਜਾਰਜੀਆ 1815, ਕੈਲੀਫੋਰਨੀਆ 5010, ਫਲੋਰੀਡਾ 2543, ਮੈਰੀਲੈਂਡ 662, ਇਲੀਨੋਇਸ 1315, नेवाडा 267, टेक्सास 2372, न्यू जर्सी 720, वाशिंगटन 600, रोड आइलैंड 74, एरिजोना 474, पेंसिल्वेनिया 773, मैसाचुसेट्स 402, पोर्टोरिको 183, वर्जीनिया 484, लुजियाना 254, नॉर्थ कैरोलिना 566, ऑरिगन 216, यूटा 161, कोलोराडो 278, टेनेसी 309, मिनीसोटा 202, इंडियाना 234, साउथ कैरोलिना 172, मिसिसिपी 87, मिशिगन 266, अलाबामा 130, हायो 281, हवाई 34, न्यू हैम्पशायर 30, न्यू मैक्सिको 42, अरकानसास 59, नेब्रास्का 30, विस्कॉन्सिन 76, केंटुकी 56, ओक्लाहोमा 43, नॉर्थ डकोटा 6, वायोमिंग 4, अलास्का 5, वेस्ट वर्जीनिया 12, मोंटाना 6, कैंसस 14, वेरमोंट 3, ਸਾਊਥ ਡਕੋਟਾ ਤੋਂ 2 ਮੌਂਕੀਪੌਕਸ ਵਾਇਰਸ ਦੇ ਹੁਣ ਤੱਕ ਮਾਮਲੇ ਦਰਜ ਕੀਤੇ ਜਾ ਰਹੇ ਨੇ। ਇਸ ਬਾਰੇ ਸੀਡੀਸੀ ਵੱਲੋਂ ਸਾਰੀ ਅਪਡੇਟ ਜਾਰੀ ਕੀਤੀ ਗਈ ਹੈ। ਚੋਣਾਂ ਦੇ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਵੱਡਾ ਬਿਆਨ ਸਾਹਮਣੇ ਹੈ, ਜਿੱਥੇ ਉਹਨਾਂ ਵੱਲੋਂ ਮਿਡ ਟਰਮ ਇਲੈਕਸ਼ਨਸ ਦਾ ਜ਼ਿਕਰ ਕੀਤਾ ਗਿਆ। ਹੁਣ ਰਾਸ਼ਟਰਪਤੀ ਇਸ ਬਾਰੇ ਕੀ ਕਹਿ ਰਹੇ ਨੇ, ਕੀ ਕਹਿਣਾ ਹੈ ਜੋ ਬਾਈਡਨ ਦਾ, ਉਹ ਤੁਹਾਨੂੰ ਸੁਣਾਵਾਂਗੇ ਇਸ ਖਬਰ ਰਾਹੀਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇੱਕ ਖਾਸ ਸੁਨੇਹਾ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਨੇ ਮਿਡ ਟਰਮ ਇਲੈਕਸ਼ਨਸ ਦੀ ਗੱਲ ਕੀਤੀ ਹੈ। ਹੁਣ ਰਾਸ਼ਟਰਪਤੀ ਬਾਈਡਨ ਵੱਲੋਂ ਇਸ ਦਾ ਬਾਰੇ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। But you went to work building an economy from the bottom up and the middle out. And so, you know, the MAGA Republican trickle-down economic policy we decided didn't work for Americans. Our economic policies created 10 million new jobs. Unemployment went from 6.4% down to 3.7%, one of the lowest in 50 years. American manufacturing is surging with 700 new manufacturing jobs created and many more to come. And look, as I said all during the campaign, where in the hell is it written that America can't lead the world in manufacturing? We are, and we will, and we're going to continue to. Folks, look, just today we learned inflation came down last month. And mainstream economists are saying this is a really positive sign of the resilience of the economic recovery. It's going to take time to get inflation back to normal levels. We can see setbacks along the way. I realize that. But we are laser focused on it. That's why it's so critical for us to pass important legislation this year to lower those costs for families. And I know it's going to take time to implement our entire economic agenda, which we already passed, and for folks to feel it in their day-to-day lives. But I think folks are going to see it in the next few months. That's what's going to, and I think that's what they voted for. Watch what happens when people see new roads, bridges being built in their towns. They start to see the investments being made in electric rail all across America, where they
It's going to take significant number of vehicles off the road, reducing pollution. Watch what happens when there's affordable high-speed internet in every home in America. Watch what happens when they realize we meant what we said and the lead pipes start being pulled out of schools, daycare centers, homes, all across America. Watch what happens in January when seniors with diabetes on Medicare only have to pay $35 a month instead of $400 a month for their insulin. ਇਸ ਦੇ ਨਾਲ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਫਾਈਲਾਂ ਦਾ ਬੈਕਲੌਗ ਹੋਇਆ ਘੱਟ, ਵੀਜ਼ਾ ਲੈਣਾ ਹੋਵੇਗਾ ਸੌਖਾ। ਸਮਾਗਮ ਦੇ ਵਿੱਚ ਪਹੁੰਚੇ ਟਰੂਡੋ 13.1 ਮਿਲੀਅਨ ਡਾਲਰ ਦੀ ਫੰਡਿੰਗ ਦਾ ਕੀਤਾ ਐਲਾਨ। ਕਾਲਜ ਦੇ ਬਾਹਰ ਚੱਲੀਆਂ ਗੋਲੀਆਂ, 4 ਜਣੇ ਹਸਪਤਾਲ ਭਰਤੀ। ਟਰੂਡੋ ਸਰਕਾਰ ਦਾ ਮੰਤਰੀ ਨੇ ਕੀਤਾ ਬਚਾਅ, ਸਰਕਾਰ ਨੇ ਕੰਪਨੀਆਂ ਤੇ ਟੈਕਸ ਲਗਾਉਣ ਲਈ ਕਹੀ ਨਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।